थोड़ी जी मेहर हो गई है BC ਦੇ ਉੱਤੇ ਕਿ ਜਿਹੜਾ ਫੇਜ਼ 3 ਆ ਸ਼ੁਰੂ ਹੋ ਗਿਆ ਕੱਲ ਤੋਂ ਐਗਜ਼ੈਕਟਲੀ ਬਿਲਕੁਲ ਸੋ ਸਹੀ ਬਹੁਤ ਖੁਸ਼ਖਬਰੀ ਆ ਫੇਜ਼ 3 ਬੜਾ ਕੁਝ ਡਿਫਰੈਂਟ ਨਹੀਂਗਾ ਸਿਰਫ ਥੋੜੀ ਜੀ ਹੋਰ ਰਿਲੈਕਸੇਸ਼ਨ ਹੋ ਗਈ ਆ ਇਹਦੇ ਵਿੱਚ ਜਿੰਨੇ ਵੀ ਸਾਡੇ BC ਦੇ ਵਿੱਚ ਰਹਿ ਰਹੇ ਨਿਵਾਸੀ ਆ ਉਹਨਾਂ ਨੂੰ ਇਨਕਰੇਜ ਕੀਤਾ ਹੈ ਵੀ ਤੁਸੀਂ ਟਰੈਵਲ ਕਰੋ ਬਾਕੀ ਪੇਰੈਂਟਸ ਵਾਸਤੇ ਖੁਸ਼ਖਬਰੀ ਤੇ ਬੱਚਿਆਂ ਲਈ ਜਿਹੜਾ ਸਕੂਲ ਨੂੰ ਐਕਚੁਅਲੀ ਇੰਜੋਏ ਕਰਦੇ ਆ ਜਿਹੜਾ ਕਿੰਡਰਗਾਰਟਨ ਤੇ ਗ੍ਰੇਡ 12 ਆ ਜਿਹੜੇ ਇਨ ਪਰਸਨ ਕਲਾਸ ਜਿਹੜੇ ਹੋਣੇ ਆ 2020 ਤੇ 2021 ਸਕੂਲ ਈਅਰ ਦੇ ਵਿੱਚ ਫਿਰ ਤੋਂ ਜਾਰੀ ਹੋਗਾ ਤੇ ਨਾਲੇ ਜਿਹੜੇ ਪੋਸਟ ਸੈਕੰਡਰੀ ਆ ਸੇਮ ਥਿੰਗ ਇਨ ਪਰਸਨ ਕਲਾਸਿਸ ਸੈਪਟੈਂਬਰ ਆਪਾਂ ਪਹਿਲਾਂ ਸੋਚਦੇ ਸੀ ਵੀ ਸ਼ਾਇਦ ਸਾਰਾ ਕੁਝ ਆਨਲਾਈਨ ਹੀ ਹੋਗਾ ਪਰ ਇਨ ਪਰਸਨ ਐਂਡ ਇਟਸ ਗੁੱਡ ਫॉर ਪੋਸਟ ਸੈਕੰਡਰੀ ਸਟੂਡੈਂਟਸ ਉਹਨਾਂ ਦੇ ਵਾਸਤੇ ਕਿ ਕਹਿੰਦੇ ਵੀ ਤੁਸੀਂ ਜੇ ਰੋਡਸ ਤੇ ਜਾਓਗੇ ਇਹਦਾ ਇਹ ਨਹੀਂ ਮਤਲਬ ਕਿ ਕੋਵਿਡ ਤੁਹਾਡੇ ਪਿੱਛੇ ਰਹਿ ਗਿਆ ਤੁਹਾਡੇ ਨਾਲ ਹੀ ਜਾਊਗਾ ਜਿੱਥੇ ਤੁਸੀਂ ਜਾਣਾ ਹੌਲੀਡੇ ਕਰਨ ਵੀ ਤੁਸੀਂ ਜਾਓਗੇ ਤੁਹਾਡੇ ਨਾਲ ਹੀ ਹੋਗਾ ਪਰ ਪਲੀਜ਼ ਧਿਆਨ ਰੱਖਿਓ ਕਿ ਤੁਸੀਂ ਆਪਣੇ ਜਿਹੜੀ ਹਾਈਜੀਨ ਹੈ ਉਹਨੂੰ ਪ੍ਰੈਕਟਿਸ ਕਰੋ ਆਪਣੇ ਬਬਲਸ ਵੀ ਸਮਾਨ ਰੱਖੋ ਜੇ ਤੁਸੀਂ ਕਿਸੇ ਨੂੰ ਮਿਲਣਾ ਵੀ ਇਹ 2 ਤੋਂ 6 ਜਾਣੇ ਸਿਰਫ ਹੋਣ ਤੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਵੀ ਉਹ ਕਿੱਥੋਂ ਆਇਆ ਆ ਜਿਹੜੇ ਵੀ ਹੋਟਲਸ ਦੇ ਵਿੱਚ ਤੁਸੀਂ ਜਾ ਰਹੇ ਹੋ ਨਾ ਸਭ ਤੋਂ ਪਹਿਲਾਂ ਉੱਥੇ ਉਹਨਾਂ ਨਾਲ ਰਾਬਤਾ ਕਾਇਮ ਕਰੋ ਉਹਨਾਂ ਨੂੰ ਕਾਲ ਕਰੋ ਪਤਾ ਕਰੋ ਕਈ ਵਾਰੀ ਕਿਸੇ ਹੋਟਲ ਦੇ ਵਿੱਚ ਹੋ ਸਕਦਾ ਕੋਈ ਕੇਸ ਹੋਵੇ ਉੱਥੇ ਜਾਣ ਦੀ ਜ਼ਰੂਰਤ ਹੀ ਨਹੀਂ ਤੇ ਉੱਥੇ ਦੇ ਲੋਕਲਸ ਦਾ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਹੈ ਵੀ ਉਹ ਕਿਵੇਂ ਹੈ ਲੇਕਿਨ ਜੇ ਕੋਈ BC ਚ ਆ ਰਿਹਾ ਨਾ ਸੁੱਖੀ ਐਟਲੀਸਟ ਅਸੀਂ ਬਹੁਤ ਮਿਹਨਤ ਕੀਤੀ ਹੈ ਕਰਵ ਡਾਊਨ ਕਰਨ ਜੀ ਬਿਲਕੁਲ ਪਲੀਜ਼ ਸਾਡੀ ਵੀ ਨਾਲ ਹੈਲਪ ਕਰੋ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਵੇਖਦੇ ਵਿਊਅਰਸ ਦਾ ਸਵਾਗਤ ਹੈ ਅੱਜ ਦੇ ਮਾਰਨਿੰਗ ਸ਼ੋਅ ਦੇ ਵਿੱਚ ਮੈਂ ਤੁਹਾਡੀ ਆਪਣੀ ਸੁਖੀ ਜਿਨੇ ਵੀ ਅੱਜ ਸਾਡੇ BC ਵਿਊਅਰਸ ਸਾਡੇ ਨਾਲ ਜੁੜੇ ਨੇ ਤੁਹਾਨੂੰ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਐਂਡ ਜਿਨੇ ਵੀ ਅੱਜ ਦੁਨੀਆ ਭਰ ਸਾਡੇ ਨਾਲ ਜੁੜਿਆ ਤੁਹਾਨੂੰ ਸਾਰਿਆਂ ਨੂੰ ਨਿੱਘਾ ਸਵਾਗਤ ਤੇ ਜੀ ਆਇਆਂ ਨੂੰ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵਾਸਤੇ ਅੱਜ ਜਿਹੜੀਆਂ ਕੈਨੇਡਾ ਦੇ ਤੇ ਵਰਲਡ ਵਾਈਡ ਜਿਹੜੀਆਂ ਹੈਡਲਾਈਨਸ ਆ ਲੈ ਕੇ ਅਸੀਂ ਹਾਜ਼ਰ ਹਾਂ ਸੋ ਅਗੇਨ ਵੈਲਕਮ ਟੂ ਦ ਸ਼ੋਅ ਜੇ ਤੁਸੀਂ ਫੇਸਬੁੱਕ ਦੇ ਉੱਤੇ ਦੇਖਦੇ ਆ ਜਰੂਰ ਇਹਨੂੰ ਸ਼ੇਅਰ ਤੇ ਲਾਈਕ ਕਰਨਾ ਤੇ ਤੁਹਾਡੇ ਕਮੈਂਟਸ ਵੀ ਅਸੀਂ ਹਮੇਸ਼ਾ ਪੜ੍ਹਦੇ ਰਹਿੰਦੇ ਆ ਐਂਡ ਮੇਕ ਸ਼ੋਰ ਯੂ ਸਬਸਕ੍ਰਾਈਬ ਟੂ ਆਵਰ YouTube ਚੈਨਲ ਤਾਂ ਕਿ ਤੁਸੀਂ ਇਹ ਸ਼ੋਅ ਤੇ ਜਿਹੜੇ ਹੋਰ ਬਾਕੀ ਸਾਡੇ ਸ਼ੋਅ ਕਦੀ ਮਿਸ ਨਾ ਕਰੋ ਸੋ ਸਬਸਕ੍ਰਾਈਬ ਐਂਡ ਆਓ ਆਪਾਂ ਅੱਜ ਸ਼ੋਅ ਦੀ ਸ਼ੁਰੂਆਤ ਕਰੀਏ ਪਰ ਸਭ ਤੋਂ ਪਹਿਲਾਂ ਰਲ ਕੇ ਸਵਾਗਤ ਕਰੀਏ ਅਮਰਤ ਜੀ ਦਾ ਅਮਰਤ ਜੀ ਗੁੱਡ ਮਾਰਨਿੰਗ ਸੁਖੀ ਐਂਡ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਸੋ ਅਮਰਤ ਬਹੁਤ ਟਾਈਮ ਹੋ ਗਿਆ ਆਪ ਨੂੰ ਕੋਵਿਡ ਦੀਆਂ ਨਿਊਜ਼ ਕਵਰ ਕਰਦਿਆਂ ਨੂੰ ਤੇ ਕਿਤੇ ਥੋੜੀ ਜੀ ਮੇਹਰ ਹੋ ਗਈ ਆ BC ਦੇ ਉੱਤੇ ਕਿ ਜਿਹੜਾ ਫੇਜ਼ 3 ਆ ਸ਼ੁਰੂ ਹੋ ਗਿਆ ਕੱਲ ਤੋਂ ਐਗਜ਼ੈਕਟਲੀ ਬਿਲਕੁਲ ਸਹੀ ਬਹੁਤ ਖੁਸ਼ਖਬਰੀ ਆ ਕੱਲ ਪ੍ਰੀਮੀਅਰ ਜੌਨ ਹੋਰਗਨ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਫੇਜ਼ 3 ਦੀ ਸ਼ੁਰੂਆਤ ਆਪਾਂ ਜਾਣਦੇ ਆ ਫੇਜ਼ 2 ਮਈ 19 ਨੂੰ ਸਟਾਰਟ ਕੀਤਾ ਸੀ ਜਿਹੜਾ ਰੀਸਟਾਰਟ ਪ੍ਰੋਗਰਾਮ ਆ ਜਿਸ ਵਿੱਚ ਕਈ ਚੀਜ਼ਾਂ ਖੁੱਲੀਆਂ ਸੀ ਸਭ ਤੋਂ ਆਈ ਥਿੰਕ ਇੰਪੋਰਟੈਂਟ ਸੀ ਜਿਹੜੇ ਹੇਅਰ ਸਲੂਨ ਤੇ ਬਿਊਟੀ ਸਲੂਨ ਸੀਗੇ ਕਰਕੇ ਬਹੁਤ ਲੋਕੀ ਦੁਖੀ ਆਏ ਹੋਏ ਸੀ ਮੂਵੀ ਥੀਏਟਰਸ ਖੁੱਲ ਗਏ ਸੀ ਯੈਸ ਸੋ ਇਹੋ ਜਿਹੀ ਚੀਜ਼ਾਂ ਉਹਦੇ ਵਿੱਚ ਵੇਖੀਆਂ ਸੀ ਪਰ ਫੇਜ਼ 3 ਬੜਾ ਕੁਝ ਡਿਫਰੈਂਟ ਨਹੀਂਗਾ ਸਿਰਫ ਥੋੜੀ ਜਿਹੀ ਹੋਰ ਰਿਲੈਕਸੇਸ਼ਨ ਹੋ ਗਈ ਆ ਇਹਦੇ ਵਿੱਚ ਜਿੰਨੇ ਵੀ ਸਾਡੇ BC ਦੇ ਵਿੱਚ ਰਹਿ ਰਹੇ ਨਿਵਾਸੀ ਆ ਉਹਨਾਂ ਨੂੰ ਇਨਕਰੇਜ ਕੀਤਾ ਹੈ ਵੀ ਤੁਸੀਂ ਟਰੈਵਲ ਕਰੋ ਸੁਖੀ ਅੱਜ ਇਕਨੋਮਿਕ ਕ੍ਰਾਈਸਿਸ ਨੇ ਨਾ ਜਿਹੜੇ ਜੇ ਅਸੀਂ ਲੋਕ ਹੁਣ ਬਾਹਰੋਂ ਤਾਂ ਕੋਈ ਸੈਲਾਨੀ ਆ ਨਹੀਂ ਰਹੇ ਜੇ ਅਸੀਂ ਉਹ ਟਰੈਵਲ ਕਰਾਂਗੇ ਤਾਂ ਮਨੀ ਸਰਕੂਲੇਟ ਹੋਏਗੀ ਬਿਲਕੁਲ ਸਹੀ ਹੈ ਸੋ ਕਹਿੰਦੇ ਵੀ BC ਦੇ ਵਿੱਚ ਤੁਸੀਂ ਰਹੋ ਰੋਡ ਟ੍ਰਿਪਸ ਲਓ ਪਰ ਜਿੱਥੇ ਤੁਸੀਂ ਜਾਣਾ ਆ ਧਿਆਨ ਨਾਲ ਜਾਓ ਸਭ ਤੋਂ ਵੱਡੀ ਚੀਜ਼ ਹੈ ਜੇ ਤੁਸੀਂ ਬਿਮਾਰ ਆ ਘਰੇ ਰਹੋ ਇਹੋ ਚੀਜ਼ਾਂ ਉਹ ਸਾਰੀਆਂ ਸੇਮ ਹੀ ਰਹਿਣੀਆਂ ਆ ਬਟ ਜਾ ਕੇ ਜਿਹੜੀ ਸਾਡੀ ਇਕਨੋਮੀ ਉਹਦੇ ਵਿੱਚ ਹਿੱਸਾ ਪਾਓ ਵਧਾਓ ਐਂਡ ਯੂ ਨੋ ਵਾਟ ਬਿਊਟੀਫੁਲ BC ਇੱਥੇ ਸਾਡੇ ਕੋਲ ਯੂ ਨੋ ਕਈ ਜਿਹੜੀਆਂ ਸਹੂਲਤਾਂ ਆ ਪਲੇਸਿਸ ਟੂ ਵਿਜ਼ਿਟ ਸੋ ਇਹਦੇ ਵਿੱਚ ਕੀ ਆ ਉਹ ਥੋੜੇ ਜਿਹਾ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀਏ ਸੋ ਜਿਹੜੇ ਹੋਟਲਸ ਜਾਂ ਮੋਟਲਸ ਜਾਂ RV ਪਾਰਕਸ ਕੈਬਨਸ ਰਿਜ਼ੋਰਟਸ ਹੋਸਟਲਸ ਤੇ ਲੌਜਸ ਉਹ ਸਾਰੇ ਹੁਣ ਖੁੱਲ ਗਏ ਆ ਆਬਵੀਅਸਲੀ ਉੱਥੇ ਜਿਹੜੇ ਗਾਈਡਲਾਈਨਸ ਆ ਉਹ ਦਿੱਤੇ ਜਾਣਗੇ ਬਟ ਸੁੱਕੀ ਪਹਿਲਾਂ ਜਿਹੜੇ ਹੋਟਲਸ ਮੋਟਲਸ ਨੇ ਕਦੇ ਵੀ ਬੰਦ ਨਹੀਂ ਕੀਤੇ ਲੇਕਿਨ ਬਹੁਤ ਸਾਰੇ ਲੋਕਾਂ ਨੇ ਆਪਣੇ ਡਰ ਦੇ ਕਰਕੇ ਬੰਦ ਕਰਤੇ ਸੀ ਰਾਈਟ ਯੈਸ ਇਹਨਾਂ ਨੂੰ ਵੈਸੇ ਕਲੋਜ਼ ਨਹੀਂ ਸੀ ਕੀਤਾ ਗਿਆ ਲੇਕਿਨ ਰਿਸਟ੍ਰਿਕਸ਼ਨਸ ਨੂੰ ਦੇਖਦੇ ਹੋਏ ਹੋ ਗਏ ਲੇਕਿਨ ਹੁਣ ਸਾਰਾ ਕੁਝ ਓਪਨ ਹੋ ਗਿਆ ਯੈਸ ਡੈਫੀਨਿਟਲੀ ਦੇ ਆਰ ਓਪਨ ਸਾਈਨਸ ਆਰ ਗ੍ਰੇਟ ਯੈਸ BC ਪਾਰਕਸ ਦੇ ਵਿੱਚ ਆਪਾਂ ਪਤਾ ਸੀ ਵੀ ਉਹ ਜਿਹੜੇ ਕੈਂਪਿੰਗ ਸਾਈਟਸ ਆ ਉਹ ਖੁੱਲ ਗਏ ਸੀ ਡੇ ਟਾਈਮ ਪਰ ਓਵਰਨਾਈਟ ਨਹੀਂ ਅਲਾਉ ਕੀਤਾ ਜਾ ਰਿਹਾ ਸੀਗਾ ਸੋ ਹੁਣ ਓਵਰਨਾਈਟ ਵੀ ਤੁਸੀਂ ਕੈਂਪਿੰਗ ਕਰ ਸਕਦੇ ਹੋ which is great ਬਾਕੀ ਆਪਾਂ ਨੂੰ ਪਤਾ ਵੀ ਜਿਹੜੀ ਮੋਸ਼ਨ ਪਿਕਚਰ ਤੇ ਟੈਲੀਵਿਜ਼ਨ ਇੰਡਸਟਰੀ ਕਾਫੀ ਹਿੱਟ ਹੋਈ ਆ ਹਾਲੀਵੁੱਡ ਵਗੈਰਾ ਸੋ ਇਹ ਵੀ ਜਿਹੜੀ ਸਾਰੀਆਂ ਇਹ ਵੀ ਖੁੱਲੀ ਜਾਣਗੀਆਂ ਐਂਡ ਆਬਵੀਅਸਲੀ ਉਹ ਜਿਹੜੀ ਆਈਸੋਲੇਸ਼ਨ ਹੈ ਉਹ ਤਾਂ ਰਹਿਣੀ ਆ ਬਟ ਯੂ ਨੋ ਦੇ ਆਰ ਰੈਡੀ ਟੂ ਰੋਲ ਬਾਕੀ ਪੇਰੈਂਟਸ ਵਾਸਤੇ ਖੁਸ਼ਖਬਰੀ ਤੇ ਬੱਚਿਆਂ ਲਈ ਜਿਹੜਾ ਸਕੂਲ ਨੂੰ ਐਕਚੁਅਲੀ ਇੰਜੋਏ ਕਰਦੇ ਆ ਜਿਹੜਾ ਕਿੰਡਰਗਾਰਟਨ ਤੇ ਗ੍ਰੇਡ 12 ਆ ਜਿਹੜੇ ਇਨ ਪਰਸਨ ਕਲਾਸ ਜਿਹੜੇ ਹੋਣੇ ਆ 2020 ਤੇ 2021 ਸਕੂਲ ਈਅਰ ਦੇ ਵਿੱਚ ਫਿਰ ਤੋਂ ਜਾਰੀ ਹੋਗਾ ਤੇ ਨਾਲੇ ਜਿਹੜੇ ਪੋਸਟ ਸੈਕੰਡਰੀ ਆ ਸੇਮ ਥਿੰਗ ਇਨ ਪਰਸਨ ਕਲਾਸਿਸ ਸੈਪਟੈਂਬਰ ਆਪਾਂ ਪਹਿਲਾਂ ਸੋਚਦੇ ਸੀ ਵੀ ਸ਼ਾਇਦ ਸਾਰਾ ਕੁਝ ਆਨਲਾਈਨ ਹੀ ਹੋਗਾ ਪਰ ਇਨ ਪਰਸਨ ਐਂਡ ਇਟਸ ਗੁੱਡ ਫॉर ਪੋਸਟ ਸੈਕੰਡਰੀ ਸਟੂਡੈਂਟਸ ਉਹਨਾਂ ਦੇ ਵਾਸਤੇ ਸੋ ਇਹ ਸਕੂਲ ਈਅਰ ਜਿਹੜਾ ਇਹਨਾਂ ਦਾ ਇਹ ਵੀ ਇਨ ਪਰਸਨ ਹੀ ਹੋਗਾ ਬਾਕੀ ਕਹਿੰਦੇ ਵੀ ਤੁਸੀਂ ਜੇ ਰੋਡਸ ਤੇ ਜਾਓਗੇ ਇਹਦਾ ਇਹ ਨਹੀਂ ਮਤਲਬ ਕਿ ਕੋਵਿਡ ਤੁਹਾਡੇ ਪਿੱਛੇ ਰਹਿ ਗਿਆ ਤੁਹਾਡੇ ਨਾਲ ਹੀ ਜਾਊਗਾ ਜਿੱਥੇ ਤੁਸੀਂ ਜਾਣਾ ਹੌਲੀਡੇ ਕਰਨ ਵੀ ਤੁਸੀਂ ਜਾਓਗੇ ਤੁਹਾਡੇ ਨਾਲ ਹੀ ਹੋਗਾ ਪਰ ਪਲੀਜ਼ ਧਿਆਨ ਰੱਖਿਓ ਕਿ ਤੁਸੀਂ ਆਪਣੇ ਜਿਹੜੀ
ਹਾਈਜੀਨ ਹੈ ਉਹਨੂੰ ਪ੍ਰੈਕਟਿਸ ਕਰੋ, ਆਪਣੇ ਬਬਲਸ ਵੀ ਸਮਾਨ ਰੱਖੋ, ਜੇ ਤੁਸੀਂ ਕਿਸੇ ਨੂੰ ਮਿਲਣਾ ਵੀ 2 ਤੋਂ 6 ਜਾਣੇ ਸਿਰਫ ਹੋਣ ਤੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਵੀ ਉਹ ਕਿੱਥੋਂ ਆਇਆ ਆ, ਉਹ ਤਾਂ ਨਹੀਂ ਮੋਰੇ ਕੋਈ ਸਿੱਖ, ਜੇ ਤੁਸੀਂ ਸਿੱਖਿਆ ਤੁਸੀਂ ਨਾ ਉਹਨਾਂ ਨੂੰ ਮਿਲੋ। ਕੀਪ ਵਾਸ਼ਿੰਗ ਯੋਰ ਹੈਂਡਸ, ਇਹ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਹਦੇ ਵਿੱਚ। ਔਰ ਦੂਸਰੀ ਵੱਡੀ ਗੱਲ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੀ ਹੋਟਲ ਦੇ ਵਿੱਚ ਤੁਸੀਂ ਜਾ ਰਹੇ ਹੋ ਨਾ, ਸਭ ਤੋਂ ਪਹਿਲਾਂ ਉੱਥੇ ਉਹਨਾਂ ਨਾਲ ਰਾਬਤਾ ਕਾਇਮ ਕਰੋ, ਉਹਨਾਂ ਨੂੰ ਕਾਲ ਕਰੋ, ਪਤਾ ਕਰੋ। ਕਈ ਵਾਰੀ ਕਿਸੇ ਹੋਟਲ ਦੇ ਵਿੱਚ ਹੋ ਸਕਦਾ ਕੋਈ ਕੇਸ ਹੋਵੇ, ਉੱਥੇ ਜਾਣ ਦੀ ਜ਼ਰੂਰਤ ਹੀ ਨਹੀਂ, ਤੇ ਉੱਥੇ ਦੇ ਲੋਕਲਸ ਦਾ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਹੈ ਵੀ ਉਹ ਕਿਵੇਂ ਹੈ। ਲੇਕਿਨ ਜੇ ਕੋਈ BC ਚ ਆ ਰਿਹਾ ਨਾ ਸੁੱਖੀ, ਐਟਲੀਸਟ ਅਸੀਂ ਬਹੁਤ ਮਿਹਨਤ ਕੀਤੀ ਹੈ ਕਰਵ ਡਾਊਨ ਕਰਨ। ਜੀ ਬਿਲਕੁਲ, ਪਲੀਜ਼ ਸਾਡੀ ਵੀ ਨਾਲ ਹੈਲਪ ਕਰੋ। ਯੈਸ, ਤੁਸੀਂ ਇਹ ਵਧੀਆ ਐਕਚੁਅਲੀ ਜ਼ਿਕਰ ਕੀਤਾ। ਇੱਥੇ ਪ੍ਰੀਮੀਅਰ ਜੌਨ ਹੌਰਕਨਿਕਲ ਨੇ ਅਨਾਉਂਸਮੈਂਟ ਕੀਤੀ ਕਿ ਜਿਹੜੇ US ਤੋਂ ਸੇਲਰਸ ਵੀ ਆ ਰਹੇ ਆ ਇੱਥੇ BC ਦੇ ਵਿੱਚ, ਜਿਹੜੀ ਸਾਡੀ ਕਮਿਊਨਿਟੀ ਆ ਉਹਨਾਂ ਨੂੰ ਬਾਲੇ ਖੁੱਲੀਆਂ ਬਾਵਾਂ ਦੇ ਨਾਲ ਨਹੀਂ ਉਹਨਾਂ ਦਾ ਸਵਾਗਤ ਕਰਦੇ। ਦੇ ਆਰ ਨਾਟ ਕੰਫਰਟੇਬਲ ਹੈਵਿੰਗ them here, ਸੋ ਅਮਰੀਕਨ ਜਿਹੜੇ ਵਿਜ਼ਿਟਰਸ ਆ ਉਹਨਾਂ ਨੂੰ ਸਰਵਿਸਿਜ਼ ਵੀ ਰਿਫਿਊਜ਼ ਹੋ ਰਹੀਆਂ ਇਸ ਵੇਲੇ। ਕਹਿੰਦੇ ਵੀ ਅਸੀਂ ਤੁਹਾਡੀ ਕੋਈ ਸਰਵਿਸ ਤੁਹਾਨੂੰ ਦੇਣੀ ਨਹੀਂ ਗੀ, ਤੁਸੀਂ ਉੱਥੋਂ ਅਮਰੀਕਾ ਤੋਂ ਆਇਆ, ਤੁਹਾਨੂੰ ਪਤਾ ਸਾਡੇ USA ਤੇ ਕੈਨੇਡਾ ਬਾਰਡਰ ਬੰਦ ਹੈ, ਤੁਸੀਂ ਫੇਰ ਵੀ ਇੱਥੇ ਆ ਰਹੇ ਆ, ਯੂ ਨੋ ਬੀ ਫੇਅਰ। ਅਸੀਂ ਸਾਡਾ ਕੰਟਰੋਲ ਦੇ ਵਿੱਚ ਲਿਆਂਦਾ, ਅਸੀਂ ਸਾਡਾ BC ਫਿਰ ਤੋਂ ਦੁਬਾਰਾ ਖੋਲ੍ਹਣ ਲੱਗੇ ਆ ਕਿ ਇਦਾਂ ਨਾ ਹੋਵੇ ਸਾਨੂੰ ਪਿੱਛੇ ਜਾਣਾ ਪਵੇ ਤੁਹਾਡੇ ਕਰਕੇ। ਬਿਲਕੁਲ, ਸੋ ਯੂ ਨੋ we're not happy with that, so you know if you belong in the USA please stay there. That's right. And again phase 4 ਦੀ ਆਪਾਂ ਡੀਕ ਕਰਦੇ ਆ, ਪਰ ਉਹ ਆਪਾਂ ਨੂੰ ਪਤਾ ਆ ਉਹ ਤੇ ਸਿਰਫ ਉਦੋਂ ਆਉਣਾ ਜਦੋਂ ਵੈਕਸੀਨ ਆ ਗਈ ਜਾਂ ਕੋਈ ਦਵਾਈ ਆ ਗਈ। ਪਰ ਜਿੱਦਾਂ BC ਦੇ ਵਿੱਚ ਚੱਲ ਰਿਹਾ ਆ ਫੇਜ਼ 1 ਤੋਂ ਲੈ ਕੇ 3 ਤੱਕ ਆਪਾਂ ਬਹੁਤ ਛੇਤੀ ਪਹੁੰਚ ਗਏ ਆ, ਇਦਾਂ ਅਸੀਂ ਉਮੀਦ ਕਰਦੇ ਆ ਵੀ ਸਾਨੂੰ ਵੈਕਸੀਨ ਚ ਕੋਈ ਵੀ ਲੱਭ ਜਾਵੇ ਐਂਡ ਫੇਜ਼ 4 ਛੇਤੀ ਤੋਂ ਛੇਤੀ ਸ਼ੁਰੂ ਹੋਵੇ। ਬਿਲਕੁਲ ਸਹੀ ਹੈ। ਸੋ ਕੋਵਿਡ ਲੈ ਕੇ ਅਮਰ ਜੀ ਮੈਨੂੰ ਥੋੜਾ ਜਿਹਾ ਦੱਸਿਓ ਕਿ ਜਿਹੜੀ ਸਾਡੀ ਹਾਊਸਿੰਗ ਮਾਰਕੀਟ ਆ ਵਰਸਸ ਰੈਂਟਲ ਮਾਰਕੀਟ ਆ, ਕੀ ਫਰਕ ਆ? ਵੀ ਪ੍ਰਾਈਸਸ ਥੱਲੇ ਡਿੱਗ ਰਹੀਆਂ ਘਰਾਂ ਦੀਆਂ ਜਾਂ ਉੱਪਰ ਜਾ ਰਹੀਆਂ, ਤੇ ਰੈਂਟ ਦੀਆਂ ਪ੍ਰਾਈਸਸ ਦਾ ਕੀ ਹਾਲ ਹੈ? ਬਹੁਤ ਜ਼ਿਆਦਾ ਨਾ ਡਿਫਰੈਂਟ ਚੀਜ਼ਾਂ ਹੋ ਰਹੀਆਂ ਨੇ। ਜੇ ਅਸੀਂ ਦੇਖਦੇ ਆ ਬੜੀ ਧਿਆਨ ਦੇ ਨਾਲ ਇਹਦੀ ਸਟੱਡੀ ਕੀਤੀ ਗਈ ਹੈ ਵੈਨਕੂਵਰ ਦੀ ਜਿਹੜੀ ਮਾਰਕੀਟ ਹੈ ਉਹਦੀ। ਵੈਨਕੂਵਰ ਦੀ ਮਾਰਕੀਟ ਦੇ ਵਿੱਚ ਜਿਹੜਾ ਬੇਸਿਕਲੀ ਅਸੀਂ ਇਹ ਦੇਖਦੇ ਆ ਕਿ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੋ ਗਈ ਹੈ BC ਦੇ ਵਿੱਚ, ਸਾਰੇ ਦੇ ਵਿੱਚ ਹੀ। ਵੀ ਨੋ ਦੈਟ ਅਨਇੰਪਲੋਇਮੈਂਟ ਦੇ ਕਰਕੇ ਜੇ ਅਸੀਂ ਫੈਬਰੂਅਰੀ ਦੇ ਵਿੱਚ ਉਸ ਤੋਂ ਬਾਅਦ ਦੇਖੀਏ, ਜਦੋਂ COVID-19 ਸ਼ੁਰੂ ਤਾਂ ਹੋ ਚੁੱਕਿਆ ਸੀ ਲੇਕਿਨ ਹਲੇ ਉੱਪਰ ਬਹੁਤ ਜ਼ਿਆਦਾ ਪਹੁੰਚਿਆ ਨਹੀਂ ਸੀ, ਉਦੋਂ ਘਰਾਂ ਦੇ ਪ੍ਰਾਈਸਸ ਸੀਗੇ 1.02 ਮਿਲੀਅਨ ਵੈਨਕੂਵਰ ਦੇ ਵਿੱਚ ਐਵਰੇਜ। ਔਰ ਸਾਨੂੰ ਉਮੀਦ ਸੀ ਵੀ ਹੌਲੀ ਹੌਲੀ ਜਿਹੜੇ ਨੇ COVID-19 ਦੇ ਕਰਕੇ ਜੌਬਾਂ ਚਲੀਆਂ ਗਈਆਂ, ਇਹਨਾਂ ਨੇ ਥੱਲੇ ਚਲ ਜਾਣਾ। ਲੇਕਿਨ ਮਈ ਦੇ ਵਿੱਚ ਜਿਹੜੀ ਐਵਰੇਜ ਪ੍ਰਾਈਸ ਨਿਕਲੀ ਹੈ ਉਹ 1.03 ਹੈ, ਉਹਦੇ ਨਾਲੋਂ ਸਲਾਈਟਲੀ ਅਪ ਹੈ। ਓਕੇ, ਸੋ ਜੇ ਅਸੀਂ ਦੇਖਦੇ ਹਾਂ ਉੱਥੇ ਦੇ ਕਿਰਾਇਆਂ ਨੂੰ, ਕਿਰਾਏ ਨੀਚੇ ਗਏ ਨੇ, ਕਿਉਂਕਿ ਦੋ ਵੱਖਰੀਆਂ ਚੀਜ਼ਾਂ ਨੇ ਉਹ ਕਹਿੰਦੇ ਦੇਖਣ ਵਾਲੀਆਂ। ਜਿਹੜੇ ਲੋਕ ਕਿਰਾਏ ਤੇ ਰਹਿੰਦੇ ਨੇ ਉਹ ਲੋਕ ਬਹੁਤ ਯੰਗ ਜਨਰੇਸ਼ਨ ਹੈ ਜਿਹੜੀ ਕਿਰਾਇਆਂ ਤੇ ਰਹਿੰਦੇ, ਜਿਹੜੇ ਘਰ ਨਹੀਂ ਅਫੋਰਡ ਕਰ ਸਕਦੇ। ਅੱਛਾ, ਜਿਹੜੇ ਘਰ ਅਫੋਰਡ ਕਰ ਸਕਦੇ ਨੇ ਉਹ ਥੋੜੇ ਜਿਹੇ 올ਡਰ ਨੇ ਤੇ ਉਹਨਾਂ ਦੀਆਂ ਜੌਬ ਸਟੇਬਲ ਨੇ। ਸੋ ਇਹ ਦੋ ਚੀਜ਼ਾਂ ਨੇ। ਉਹ ਕਹਿੰਦੇ ਜਦੋਂ COVID-19 ਹਿੱਟ ਕੀਤਾ, ਜਿਨ੍ਹਾਂ ਦੀਆਂ ਜੌਬ ਸਟੇਬਲ ਨਹੀਂ, ਕਿਰਾਏ ਨੀਚੇ ਚਲੇ ਗਏ। ਲੇਕਿਨ ਜਿਹੜੀ ਉੱਪਰਲੀ ਮਾਰਕੀਟ ਹੈ, ਜਿਹੜੀ ਸੈੱਲ ਕਰਨ ਵਾਲੀ ਮਾਰਕੀਟ ਹੈ, ਉੱਥੇ ਖੜੀ ਹੈ। ਉਹ ਸਲਾਈਟਲੀ ਕਹਿੰਦੇ ਅਪ ਗਈ ਹੈ, ਨੀਚੇ ਨਹੀਂ ਗਈ। ਜੇ ਕਿਰਾਇਆਂ ਦੀ ਗੱਲ ਕਰਦੇ ਆ, ਕਿਰਾਏ ਕਹਿੰਦੇ 15% ਤੱਕ ਡਾਊਨ ਚਲੇ ਗਏ ਨੇ। 15% ਕਾਫੀ ਜ਼ਿਆਦਾ ਹੁੰਦਾ ਸੁੱਖੀ। ਐਂਡ ਉਸ ਦੇ ਨਾਲ ਉਹ ਕਹਿੰਦੇ ਵੀ ਨਾ ਤਾਂ ਬੱਚੇ ਅਫੋਰਡ ਕਰ ਰਹੇ ਸੀ, ਨਾ ਹੀ ਬੱਚੇ ਜਿਹੜੇ ਹੈਗੇ ਨੇ ਉਹਨਾਂ ਕੋਲ ਜੌਬਾਂ ਸੀ। ਇਹ ਸਾਰੇ ਨੂੰ ਵੇਖਦੇ ਹੋਏ ਉਹ ਕਹਿੰਦੇ ਫਰਕ ਪਿਆ। ਲੇਕਿਨ ਹੁਣ ਜਿਹੜੀ CMHC ਹੈ ਨਾ, ਉਹਨਾਂ ਨੇ ਇੱਕ ਖਾਸ ਗੱਲ ਅਨਾਉਂਸ ਕੀਤੀ ਹੈ। ਉਹ ਕਹਿੰਦੇ ਇਹ ਆਈ ਨਹੀਂ ਰਹਿਣਾ ਹੈਗਾ, ਇਹ ਹੌਲੀ ਹੌਲੀ ਪੈਂਡੈਮਿਕ ਤੋਂ ਬਾਅਦ ਇਕਨੋਮਿਕ ਕ੍ਰਾਈਸਿਸ ਹੌਲੀ ਹੌਲੀ ਹਿੱਟ ਕਰਦੀਆਂ ਨੇ। ਜਦੋਂ ਹਿੱਟ ਕਰਨਗੀਆਂ ਨਾ, ਅਲਟੀਮੇਟਲੀ ਲੌਂਗ ਰਨ ਦੇ ਵਿੱਚ ਇਹਨਾਂ ਨੇ ਪ੍ਰਾਈਸਿਸ ਨੇ ਥੋੜਾ ਜਿਹਾ ਫਰਕ ਪਊਗਾ। ਹਲੇ ਨਹੀਂ ਪਿਆ, ਲੇਕਿਨ ਉਹਨਾਂ ਨੇ ਕਿਹਾ CMHC ਨੇ ਜਿਹੜੀ 2020 ਦੇ ਵਿੱਚ ਜਿਹੜੀ 8,92,000 ਦੀ ਪ੍ਰਾਈਸ ਸੀਗੀ ਜੇ ਕਿਸੇ ਚੀਜ਼ ਦੀ, ਉਹ 2022 ਦੇ ਵਿੱਚ 2 ਸਾਲਾਂ ਬਾਅਦ ਉਹ 8,09,000 ਦੀ ਰਹਿ ਜਾਣੀ ਹੈ। ਸੋ ਥੋੜਾ ਜਿਹਾ ਜ਼ਿਆਦਾ ਨਹੀਂ, ਬਟ ਜਿਵੇਂ 90,000 ਦੇ ਹਿਸਾਬ ਨਾਲ ਹੋ ਗਿਆ, 80-90,000, ਤਾਂ ਉਹ ਕਹਿੰਦੇ ਇੰਨਾ ਕੁ ਫਰਕ ਜਿਹੜਾ ਹੈਗਾ ਆ ਜਾਣਾ। ਬਟ ਹਾਲ ਦੀ ਘੜੀ ਇਟਸ ਕਾਈਂਡ ਆਫ ਸਟ੍ਰੇਂਜ। ਲੇਕਿਨ ਜਿਹੜੇ BC ਦੇ ਵਿੱਚ ਇੱਕ ਤਾਂ ਅਮੀਰ ਲੋਕ ਬਹੁਤ ਨੇ, ਪ੍ਰਾਈਸਸ ਇੰਨੀਆਂ ਹਾਈ ਨੇ, ਜੇਬਾਂ ਦੇ ਵਿੱਚ ਮਨੀ ਹੈ, ਜੇ ਪਾਕਟਸ ਡਾਊਨ ਨੇ, ਤਾਂ ਹੀ ਕਰਕੇ ਇੰਨੇ ਵੱਡੇ ਵੱਡੇ ਘਰ ਫਾਇਦਾ ਵੀ ਵੇਖ ਰਹੇ ਆ ਵੀ ਪ੍ਰਾਈਸਸ ਕਦੋਂ ਥੱਲੇ ਆਉਣਗੀਆਂ ਇਹ ਕੋਵਿਡ ਦਾ ਕਰਕੇ, ਤੇ ਅਸੀਂ ਜਾ ਕੇ ਫਟਾਫਟ ਇਹ ਕੈਸ਼ ਇਨ ਕਰੀਏ ਤੇ ਅਸੀਂ ਪ੍ਰਾਪਰਟੀ ਲੋ ਪ੍ਰਾਈਸ ਤੇ ਲਈਏ। ਸੋ ਆਈ ਥਿੰਕ ਦੈਟਸ ਵਾਈ ਜਦੋਂ ਆਪਾਂ ਇੱਥੇ ਲੋਕਲ ਰੀਅਲਟਰਸ ਨਾਲ ਵੀ ਗੱਲ ਕਰਦੇ ਹਾਂ ਕਿ ਵੀ ਸਾਨੂੰ ਕੋਈ ਫਰਕ ਨਹੀਂ ਪਿਆ, ਮਾਰਕੀਟ ਇਜ਼ ਸਟਿਲ ਹਾਈ। ਬਿਲਕੁਲ। ਸੋ ਦੈਟ ਇਜ਼ ਘਰ ਜਿਹੜੇ ਥੋੜੇ ਜਿਹੇ ਮਾਰਕੀਟ 'ਚ ਘੱਟ ਨੇ, ਲੇਕਿਨ ਪ੍ਰਾਈਸਾਂ ਹਲੇ ਥੱਲੇ ਕੋਈ ਨਹੀਂ ਗਈਆਂ। ਹਾਂ, ਰੈਂਟ ਜ਼ਰੂਰ ਨੀਚੇ ਚਲਿਆ
ਲਿਆ ਗਿਆ। So renters ਲਈ I think ਖੁਸ਼ਖਬਰੀ ਹੈ, ਹਾਊਸ ਓਨਰਸ ਲਈ it's not because you know to find someone ਕਰਕੇ ਇਹ ਟਾਈਮਾਂ ਦੇ ਵਿੱਚ ਸਾਰਿਆਂ ਨੂੰ ਜ਼ਰੂਰਤ ਹੈ ਵੀ ਸਾਡੇ ਕੋਲ ਕੋਈ ਸੈਕੰਡ ਇਨਕਮ ਹੋਵੇ, ਮਾਰਗੇਜ ਹੈਲਪਰ ਹੋਵੇ। ਐਗਜ਼ੈਕਟਲੀ। ਥੋੜੀ ਜਿਹੀ ਆਪਾਂ ਗੱਲ ਕਰਦੇ ਹਾਂ ਕੋਵਿਡ, ਆਪਾਂ ਜਾਣਦੇ ਹਾਂ ਕਿ ਕਾਫੀ ਜਿਹੜੀ ਸਾਡੀ ਗਵਰਨਮੈਂਟ ਨੇ ਯੂ نو CERB ਇੰਟਰੋਡਿਊਸ ਕੀਤੀ ਹੈ, ਸਟੂਡੈਂਟਸ ਨੂੰ ਲੈ ਕੇ ਕਾਫੀ ਉਹਨਾਂ ਨੇ ਮਦਦ ਕੀਤੀ ਹੈ, ਗ੍ਰਾਂਟਸ ਲੈ ਕੇ ਸਟੂਡੈਂਟ ਜਿਹੜੇ ਲੋਨਸ ਆ। ਸੋ ਇੱਕ ਹੋਰ ਅਨਾਊਂਸਮੈਂਟ ਜਿਹਦੀ ਡੀਟੇਲਸ ਅੱਜ ਆਉਣੀਆਂ, ਸਾਡੇ ਜਸਟਿਨ ਟਰੂਡੋ ਨੇ ਅਨਾਊਂਸਮੈਂਟ ਕਰਨੀ ਆ ਕਿ ਅਸੀਂ ਚਾਹੁੰਦੇ ਨਹੀਂ ਵੀ ਸਮਰ ਦੇ ਵਿੱਚ ਜਿਹੜੇ ਸਟੂਡੈਂਟਸ ਉਹ ਵਿਹਲੇ ਬੈਠਣ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਮੋਸਟ ਲਾਈਕਲੀ ਕਰਕੇ ਜੌਬਸ ਨਹੀਂ ਮਿਲ ਰਹੇ, ਕਿ ਜਿਹੜੇ ਸਟੂਡੈਂਟਸ ਆ ਦੇ ਆਰ ਨਾਟ ਗੋਇੰ ਹੈਵ ਐਨੀਵੇਅਰ ਟੂ ਗੋ, ਨੋ ਜੌਬ। ਸੋ ਅਸੀਂ ਚਾਹੁੰਦੇ ਕਿ ਉਹ ਵਾਲੰਟੀਅਰ ਕਰਨ, ਤੇ ਵਾਲੰਟੀਅਰ ਕਰਨ ਕੁਛ ਪੈਂਡੈਮਿਕ ਰਿਲੇਟਡ ਜੌਬ ਦੇ ਵਿੱਚ, ਜਿਹਦੇ ਵਿੱਚ ਯੂ نو ਉਹ ਆਪਣੇ ਟਾਈਮ ਵਾਲੰਟੀਅਰ ਕਰਨ। ਸੋ ਉਹਨਾਂ ਦੇ ਵਾਸਤੇ ਇੱਕ ਖੁਸ਼ਖਬਰੀ ਆ ਕਿ ਇੱਕ ਟਾਈਮ ਪੇਮੈਂਟ ਦਿੱਤੀ ਜਾਊਗੀ ਵਾਲੰਟੀਅਰਸ ਨੂੰ। ਸੋ ਐਨੀਵੇਅਰ ਬਿਟਵੀਨ $1,000 to $5,000, ਸੋ $1,000 ਤੋਂ ਲੈ ਕੇ $5,000 ਸਟੂਡੈਂਟਸ ਨੂੰ ਦਿੱਤਾ ਜਾਊਗਾ ਜਿਹੜੇ ਸਮਰ ਦੇ ਵਿੱਚ ਵਾਲੰਟੀਅਰ ਕਰਨਗੇ। ਸੋ ਇਹਦੇ ਵਿੱਚ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕੁ ਵਾਲੰਟੀਅਰ ਕਰਦੇ ਆ, ਕਿੰਨੇ ਤੁਸੀਂ ਘੰਟੇ ਲਾਉਂਦੇ ਆ। ਆਪਾਂ ਜਾਣਦੇ ਹਾਂ ਕਿ ਆਲਰੇਡੀ ਜਿਹੜੀ ਕੈਨੇਡੀਅਨ ਸਰਕਾਰ ਨੇ ਸਮਰ ਜੌਬਸ ਪ੍ਰੋਗਰਾਮ ਐਮਪਲੋਇਰਸ ਨੂੰ ਮਦਦ ਕਰਦੇ ਆ, ਜਿਹੜੇ 15 ਸਾਲਾਂ ਤੋਂ ਲੈ ਕੇ 30 ਸਾਲਾਂ ਦੇ ਜਿਹੜੇ ਸਟੂਡੈਂਟਸ ਆ ਜਾਂ ਐਮਪਲੋਇਰਸ ਆ ਉਹਨਾਂ ਨੂੰ 100% ਜਿਹੜੀ ਵੇਜ ਸਬਸਿਡੀ ਉਹ ਦਿੰਦੇ ਆ ਵੀ ਤੁਸੀਂ ਇਹਨਾਂ ਨੂੰ ਹਾਇਰ ਕਰੋ ਸਟੂਡੈਂਟਸ ਨੂੰ, ਤੇ ਜਿੰਨੇ ਵੀ ਇਹਨਾਂ ਦੀ ਤਨਖਾਹ ਹੋਈ ਅਸੀਂ ਤੁਹਾਨੂੰ ਇਹਨਾਂ ਦੇ ਪੈਸੇ ਦੇਵਾਂਗੇ। ਸੋ which is great। ਜਿਹੜੇ ਵੀ ਇਟਸ ਬ੍ਰਿਲੀਅੰਟ ਚੀਜ਼, ਬ੍ਰਿਲੀਅੰਟ। ਇੱਕ ਤਾਂ ਜਿਹੜੇ ਹੁਣੇ ਗ੍ਰੈਜੂਏਟ ਹੋ ਕੇ ਸਟੂਡੈਂਟ ਨਿਕਲੇ ਨੇ ਜੀ, ਉਹ ਜਿਹੜੇ ਸਟੂਡੈਂਟ ਨਿਕਲੇ ਨੇ, ਆਈ ਤਾਂ ਨਹੀਂ ਹੈ ਵੀ ਪੈਂਦੇ ਸੱਟੀ ਉਹਨਾਂ ਵਾਸਤੇ ਜੌਬਸ ਅਵੇਲੇਬਲ ਹੁੰਦੀਆਂ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਇੰਪਲੋਇਰਸ ਕਹਿੰਦੇ ਨੇ ਵੀ ਡੂ ਯੂ ਹੈਵ ਐਨੀ ਐਕਸਪੀਰੀਅੰਸ, ਫਿਰ ਉਹ ਕਹਿੰਦੇ ਨਾ ਜੀ ਐਕਸਪੀਰੀਅੰਸ ਤਾਂ ਹੈ ਨਹੀਂਗਾ। ਉਹ ਐਕਸਪੀਰੀਅੰਸ ਦੇਣ ਵਾਸਤੇ ਗਵਰਨਮੈਂਟ ਨੇ ਬਹੁਤ ਸੋਹਣਾ ਇਹ ਜਿਹੜਾ ਕਦਮ ਚੱਕਿਆ ਜੀ। ਬਿਲਕੁਲ, ਵੈਰੀ ਗੁੱਡ। ਸੋ ਜਿਹੜੇ ਗ੍ਰਾਂਟ ਆ ਇਹ ਫਾਲ ਦੇ ਵਿੱਚ ਆਪਣੀ ਟਿਊਸ਼ਨ ਦੇ ਵਿੱਚ ਯੂਜ਼ ਕਰ ਸਕਦੇ ਆ। ਐਂਡ ਯੂ نو ਇਹਨਾਂ ਨੇ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਅਪ੍ਰੈਲ ਦੇ ਵਿੱਚ ਇਹਨਾਂ ਨੇ ਆਪਣੇ ਕੋਵਿਡ ਦੇ ਵਿੱਚ ਇਹ ਵੀ ਪ੍ਰੋਮਿਸ ਸਟੂਡੈਂਟਸ ਨੂੰ ਕੀਤਾ ਸੀਗਾ 9 ਬਿਲੀਅਨ ਦੀ ਜਿਹੜੀ ਏਡ ਸੀ ਕੋਵਿਡ ਦੇ ਵਿੱਚ, ਇਹਦੇ ਵਿੱਚੋਂ 19 ਮਿਲੀਅਨ ਜਿਹੜੀ ਏਡ ਸੀਗੀ ਸਟੂਡੈਂਟਸ ਵਾਸਤੇ ਸੀ ਸਿਰਫ। ਸੋ ਜਦੋਂ ਦੇ ਇਹ ਬੈਨੀਫਿਟ ਪ੍ਰੋਗਰਾਮ ਸ਼ੁਰੂ ਹੋਇਆ ਆ ਉਦੋਂ ਦੇ ਕਲੋਜ਼ ਟੂ 5,80,000 ਸਟੂਡੈਂਟਸ ਨੇ ਉਹਨਾਂ ਨੂੰ ਪੇਮੈਂਟਸ ਮਿਲੀਆਂ ਗਵਰਨਮੈਂਟ ਵੱਲੋਂ। ਇਹਦੇ ਵਿੱਚ $1.2 ਬਿਲੀਅਨ ਇਨ ਫੰਡਿੰਗ, ਮਤਲਬ ਕਿ ਅਬਾਊਟ 1,250 ਮਹੀਨੇ ਦੇ ਇਹਨਾਂ ਨੂੰ ਮਿਲੀ ਜਾਂਦੇ, ਕਈਆਂ ਨੂੰ 2,000 ਵੀ ਮਿਲਦੇ ਜਿਹੜੇ ਡਿਸੇਬਲਡ ਹੈਗੇ ਆ। ਸੋ ਇਹਦੇ ਵਿੱਚ ਮਈ ਤੋਂ ਅਗਸਤ ਲੈ ਕੇ ਜਿਹੜੇ ਡਬਲ ਕੈਨੇਡਾ ਸਟੂਡੈਂਟ ਗ੍ਰਾਂਟਸ ਵੀ, 291.6 million scholarship grants and an increase in financial assistance. So students ਵਾਸਤੇ ਬਹੁਤ ਜ਼ਿਆਦਾ ਮਦਦ ਸਾਡੀ ਜਿਹੜੀ ਇਸ ਵੇਲੇ ਕੈਨੇਡੀਅਨ ਗਵਰਨਮੈਂਟ ਕਰ ਰਹੀ ਹੈ, which is very good. Yes, very good. So ਥੋੜੀ ਜਿਹੀ ਕੋਰੋਨਾ ਦੀ ਸਾਨੂੰ ਅਪਡੇਟ ਦੋ ਵਰਲਡ ਵਾਈਡ। ਅੰਮ੍ਰਿਤ ਕਈ ਦਿਨ ਹੋ ਗਏ ਆਪਾਂ ਨੇ ਇਹਦੇ ਜ਼ਿਕਰ ਕੀਤਾ, ਪਰ ਮੇਰੇ ਖਿਆਲ ਕਮਿੰਗ ਟੂ ਦ ਐਂਡ ਆਫ ਦ ਵੀਕ ਹਾਊ ਆਰ ਵੀ ਡੂਇੰਗ? ਸੋ ਕਿ ਕਰੋਨਾ ਦੇ ਵਿੱਚ ਨਾ ਕਈ ਤਾਂ ਕੰਟਰੀਜ਼ ਆਪਣੇ ਵਰਗੀਆਂ ਨੇ, ਕੈਨੇਡੀਅਨ ਕੰਟਰੀ ਜਿਵੇਂ ਕੈਨੇਡਾ ਹੈਗੀ ਆ, ਬਹੁਤ ਸੋਹਣੇ ਤਰੀਕੇ ਨਾਲ ਅਸੀਂ ਹੈਂਡਲ ਕਰ ਰਹੇ ਹਾਂ। ਕਈ ਕੰਟਰੀਜ਼ ਹੈ ਜਿੱਥੇ ਅੱਜ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ। ਜੇ ਅਸੀਂ ਸਿੰਪਲ ਨੰਬਰਸ ਦੱਸਦੀ ਹਾਂ, ਪਹਿਲਾਂ ਮੈਂ ਕੱਲ ਇੱਕ ਦਿਨ ਦੇ ਵਿੱਚ 1,72,383 ਨਵੇਂ ਕੇਸ ਆਏ ਨੇ, ਬਹੁਤ ਵੱਡੀ ਗਿਣਤੀ ਹੈ। 95,65,000 ਜਿਹੜੇ ਨੇਗੇ ਉਹ ਕੱਲੇ ਦੇ ਕੱਲੇ, ਤੁਸੀਂ ਇਹ ਦੇਖੋ ਟੋਟਲ ਕੇਸ ਨੇ ਸਾਰੀ ਦੁਨੀਆ ਦੇ ਵਿੱਚ 95 ਲੱਖ ਕੇਸ, ਔਰ ਉਹਦੇ ਵਿੱਚੋਂ 4,85,000 ਜਿਹੜੇ ਨੇ ਉਹ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਯੂਐਸ ਦੀ ਗੱਲ ਕਰਦੇ ਹਾਂ, ਯੂਐਸ ਵਿੱਚ 24,63,000 ਲੋਕ ਜਿਹੜੇ ਨੇ ਉਹ ਪੀੜਤ ਨੇ, 38,000 ਕੱਲ ਕੇਸ ਨਵੇਂ ਆਏ ਹੈ। ਲੇਕਿਨ ਦੂਸਰੀ ਗੱਲ ਕਰਦੇ ਹਾਂ ਬ੍ਰਾਜ਼ੀਲ ਦੀ, ਬ੍ਰਾਜ਼ੀਲ ਦੇ ਵਿੱਚ 11,93,000 ਜਿਹੜੇ ਟੋਟਲ ਕੇਸ ਨੇ, 41,000 ਨਵੇਂ ਆਏ ਨੇ। ਸੋ ਕਿ ਉੱਥੇ ਬ੍ਰਾਜ਼ੀਲ ਦੇ ਵਿੱਚ ਹੋਇਆ ਪਤਾ ਕੀ, ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਹੈ, ਉੱਥੋਂ ਦੇ ਹੈਲਥ ਮਿਨਿਸਟਰ ਨੇ ਕਿਹਾ ਵੀ ਤੁਸੀਂ ਹਾਲਾਤ ਵੇਖੇ ਨੇ ਵੀ ਕੀ ਹਾਲਾਤ ਹੋਏ ਨੇ ਕੰਟਰੀ ਦੇ। ਪ੍ਰਾਈਮ ਮਿਨਿਸਟਰ ਨੇ ਜਿਹੜਾ ਹੈਲਥ ਮਿਨਿਸਟਰ ਹੈ ਉਹਨੂੰ ਫਾਇਰ ਕਰਤਾ। ਵਾਓ। ਉਹ ਹੈਲਥ ਮਿਨਿਸਟਰ ਨੂੰ ਫਾਇਰ ਕਰਨ ਤੋਂ ਬਾਅਦ ਹੁਣ ਹੋਇਆ ਕੀ ਕਿ ਉੱਥੇ ਉੱਪਰ ਕੰਟਰੋਲ ਕਰਨ ਵਾਲੀ ਜਦੋਂ ਕੋਈ ਬਾਡੀ ਨਾ ਰਹੀ ਤਾਂ ਉਸ ਤੋਂ ਬਾਅਦ ਕੀ ਹੋਣਾ ਜੀ, ਉੱਥੇ ਮੈਡੀਕਲ ਸਿਸਟਮ ਸਾਰਾ ਪਹਿਲਾਂ ਹੀ ਕੋਲੈਪਸ ਹੋ ਚੁੱਕਿਆ ਸੀਗਾ। ਉਹਦੇ ਨਾਲ ਕੀ ਹੁਣ ਬ੍ਰਾਜ਼ੀਲ ਦੇ ਵਿੱਚ ਰੀਓ ਡੀ ਜਨਾਰਡੋ ਦੇ ਵਿੱਚ ਨਰਸਿਸ ਨੇ ਫੋਟੋਆਂ ਖਿੱਚ ਕੇ ਸਾਨੂੰ ਭੇਜੀਆਂ, ਜਿਹੜੀਆਂ ਸਾਰੀ ਮੀਡੀਆ ਨੂੰ। ਉਹ ਇੰਨੀਆਂ ਸ਼ੌਕਿੰਗ ਨੇ। ਇੱਕ ਜਿਹੜੀ ਜੇ ਤੁਸੀਂ ਪਿਕਚਰਸ ਦੇਖ ਰਹੇ ਹੋ, ਇੱਕ ਜਿਹੜੀ ਔਰਤ ਹੈ ਉਹ ਪਈ ਹੈ, ਉਹ ਬਿਮਾਰ ਹੈ ਕੋਵਿਡ-19 ਨਾਲ, ਉਹਦੇ ਨਾਲ ਇੱਕ ਪਾਸੇ ਇੱਕ ਕੁਰਸੀ ਤੇ ਲਾਸ਼ ਪਈ ਹੈ, ਇੱਕ ਦੂਸਰੇ ਪਾਸੇ ਸਿਰਫ ਛੋਟੀ ਜੀ ਉਧਰ ਡਿਵਾਈਡਰ ਪਾ ਕੇ ਇੱਕ ਲਾਸ਼ ਉਧਰ ਪਈ ਹੈ। ਆਲੇ ਦੁਆਲੇ ਸਾਰਾ ਉੱਥੇ ਗਾਰਬੇਜ ਪਿਆ, ਤੇ ਉਹ ਜਨਾਨੀ ਤੁਸੀਂ ਇਹ ਦੱਸੋ ਵੀ ਕਿਵੇਂ ਠੀਕ ਹੋ ਸਕਦੀ ਹੈ? that is such a disturbing image. ਬਿਲਕੁਲ। ਉਹ ਤੁਸੀਂ ਦੇਖੋ ਵੀ ਜਿਹੜਾ ਇੱਕ ਵਿਅਕਤੀ ਉੱਥੇ ਪਿਆ ਹੈਗਾ, ਉਹਨੂੰ ਇਹ ਪਤਾ ਵੀ ਮੇਰੇ ਆਲੇ ਦੁਆਲੇ ਬਾਡੀਜ਼ ਪਈਆਂ ਨੇ, ਔਰ ਜੇ ਤੁਸੀਂ ਪਿਕਚਰਸ ਦੇਖ ਰਹੇ ਹੋ ਬਾਡੀਜ਼ ਦੇ ਵਿੱਚ ਉਹਨਾਂ ਨੇ ਜਿਵੇਂ ਆਪਣੇ ਰੀਫਰਸ ਨਹੀਂ ਸੀ ਲਗਾਏ ਨਿਊਯਾਰਕ ਦੇ ਵਿੱਚ, ਇੱਥੇ ਇਹਨਾਂ ਨੇ ਰੀਫਰਸ ਤਾਂ ਹੈ ਨਹੀਂ। ਜਿਵੇਂ ਆਪਣੇ ਇੱਥੇ ਦੇ ਗਾਰਬੇਜ ਬਿਨ ਦੇ ਟਰੱਕ ਨਹੀਂ ਹੁੰਦੇ, ਉਹ ਟਰੱਕ ਦੀਆਂ ਜਿਹੜੀਆਂ ਚੱਕ ਕੇ ਉਹਨਾਂ ਨੂੰ ਬਾਹਰ ਰੱਖਦਾ, ਇੱਕ ਇੱਕ ਦੇ ਵਿੱਚ
ਬਲੈਕ ਗਾਰਬੇਜ ਬੈਗ ਦੇ ਵਿੱਚ ਬਾਡੀਜ਼ ਪਾ ਕੇ 75 ਬਾਡੀਜ਼ ਜਿਹੜੀਆਂ ਨੇ ਉਹ ਬਾਹਰ ਜਿਹੜੀ ਬਣੀ ਹੋਈ ਹੈ ਉਹਦੇ ਵਿੱਚ ਰੱਖੀਆਂ ਜਾ ਰਹੀਆਂ ਨੇ। ਅੱਛਾ ਸੁੱਖੀ, ਹੁਣ ਜਿਹੜੀ ਸਭ ਤੋਂ ਜ਼ਿਆਦਾ ਬੁਰੀ ਹਾਲਤ ਉੱਥੇ ਇਹ ਹੈ ਨਾ, ਉਹ ਕਹਿੰਦੇ ਵੀ ਸਾਡੇ ਪੈਂਡੈਮਿਕ ਨੇ ਇੰਨੀ ਬੁਰੀ ਹਾਲਤ ਨਹੀਂ ਕੀਤੀ ਜੋ ਸਾਡੀ ਇਕਨੋਮਿਕਲੀ ਬੁਰੀ ਹਾਲਤ ਹੋ ਗਈ। ਯੈਸ ਡੈਫੀਨਿਟਲੀ, ਬਿਕਾਜ਼ ਫਾਈਨੈਂਸ਼ੀਅਲੀ ਸਾਰੇ ਕੰਟਰੀਜ਼ ਨੂੰ ਹਿੱਟ ਪਈ ਹੈ, ਪਰ ਉੱਥੇ ਜ਼ਿਆਦਾ ਕੁਝ ਉੱਥੇ ਜ਼ਿਆਦਾ। ਜੇ ਤੁਸੀਂ ਪਿਕਚਰਸ ਦੇਖਦੇ ਹੋ ਦੂਰ ਦੂਰ ਤੱਕ ਜਿੱਥੇ ਨਿਗਾਹ ਜਾਂਦੀ ਹੈ ਨਾ, ਉੱਥੇ ਕਬਰਾਂ ਖੋਦੀਆਂ ਜਾ ਰਹੀਆਂ ਨੇ। ਇਹ ਤਾਂ ਜਿਹੜੇ ਹਾਲਾਤ ਸੀਗੇ ਇਹ ਆਪਾਂ ਕਹਿ ਸਕਦੇ ਹਾਂ ਬ੍ਰਾਜ਼ੀਲ ਦੇ ਨੇ। ਹਿਊਮਨ ਟ੍ਰਾਇਲਸ ਉੱਥੇ ਸ਼ੁਰੂ ਕੀਤੇ ਨੇ, ਜਿਹੜੀ ਆਕਸਫੋਰਡ ਯੂਨੀਵਰਸਿਟੀ ਹੈ ਉਹਨਾਂ ਨੇ ਹੁਣ ਕਿਹਾ ਵੀ ਅਸੀਂ ਇੱਥੇ ਟ੍ਰਾਇਲ ਸ਼ੁਰੂ ਕਰਦੇ ਹਾਂ, ਹੋ ਸਕਦਾ ਤੁਹਾਡਾ ਕੋਈ ਬਚ ਜਾਏ, ਚੰਗੀ ਗੱਲ ਹੈ। ਔਰ ਦੂਸਰੀ ਵੱਡੀ ਗੱਲ ਜੇ ਅਸੀਂ ਦੇਖਦੇ ਹਾਂ, ਮੈਕਸੀਕੋ ਦੇ ਵਿੱਚ ਵੀ ਹਾਲਾਤ ਠੀਕ ਨਹੀਂ ਹੈਗੇ। ਮੈਕਸੀਕੋ ਦੇ ਵਿੱਚ ਇੱਕੋ ਦਮ ਜਿਹੜੀ ਸਰਜ ਆਈ ਹੈ, ਸਰਜ ਆਉਣ ਤੋਂ ਬਾਅਦ ਹੁਣ ਉੱਥੇ ਵੀ ਅੱਜ ਦੇ 900 ਕੁਛ ਮੌਤਾਂ ਆਲਰੇਡੀ ਹੋ ਚੁੱਕੀਆਂ ਨੇ ਸੁੱਖੀ। 947 ਲੋਕ ਅੱਜ ਮਾਰ ਚੁੱਕੇ ਨੇ, ਕੱਲ ਦੀ ਖਬਰ ਨਹੀਂ ਮੈਂ ਤੁਹਾਨੂੰ ਦੱਸ ਰਹੀ ਹੁਣ ਜਿਹੜੀ ਹੈ। ਔਰ ਉੱਥੇ ਬਹੁਤ ਸਾਰੇ ਅਜਿਹੇ ਕੇਸਿਸ ਆ ਰਹੇ ਆ ਜਿਹੜੇ ਕਿਸੇ ਨੂੰ ਸਮਝ ਨਹੀਂ ਆ ਰਹੀ। ਇੱਕ ਟ੍ਰਿਪਲੇਟਸ ਜਿਹੜੇ ਨੇ, ਇਹ ਤਕਰੀਬਨ ਵੀਕ ਪਹਿਲਾਂ ਉਹਨਾਂ ਦਾ ਜਨਮ ਹੋਇਆ, ਉਹ ਤਿੰਨੋਂ ਬੱਚੇ ਕੋਵਿਡ ਪੋਜ਼ਿਟਿਵ ਨੇ। ਨਾ ਉਹਨਾਂ ਦੀ ਮਾਂ ਪੋਜ਼ਿਟਿਵ ਹੈ, ਨਾ ਉਹਨਾਂ ਦਾ ਫਾਦਰ ਪੋਜ਼ਿਟਿਵ ਹੈ। ਉਹ ਕਿਵੇਂ ਪੋਜ਼ਿਟਿਵ ਹੋ ਰਹੇ ਨੇ ਸਮਝ ਨਹੀਂ ਆ ਰਹੀ, ਲੇਕਿਨ ਬਹੁਤ ਜ਼ਿਆਦਾ ਵੱਡੀ ਗਿਣਤੀ ਹੈ ਜਿਹੜੀ ਮੈਕਸੀਕੋ ਦੇ ਵਿੱਚ ਹੈ। ਜਿਹੜਾ ਨਿਊਯਾਰਕ ਨਿਊ ਜਰਸੀ ਹੈ, ਉਹਨਾਂ ਦੋਨਾਂ ਨੇ ਹਾਈ ਅਲਰਟ ਦੇ ਉੱਪਰ ਉਹ ਕਹਿੰਦੇ ਜੀ ਅਸੀਂ ਦੁਬਾਰਾ ਕਰੋਨਾ ਵਾਇਰਸ ਨੂੰ ਹੈਂਡਲ ਨਹੀਂ ਕਰ ਸਕਦੇ, ਪਲੀਜ਼ ਸਾਡੇ ਕੋਲੇ ਆਇਓ ਨਾ। ਜਿਹੜਾ ਵੀ ਕੋਈ ਆਊਗਾ ਪਹਿਲਾਂ ਕੁਆਰੰਟਾਈਨ ਕਰੋ। ਉਹਨਾਂ ਨੇ ਸਿੰਪਲੀ ਗੱਲ ਕੀਤੀ ਹੈ, ਉਹ ਕਹਿੰਦੇ ਐਰੀਜ਼ੋਨਾ, ਕੈਲੀਫੋਰਨੀਆ, ਟੈਕਸਸ, ਫਲੋਰੀਡਾ, ਓਕਲਾਹੋਮਾ, ਸਾਊਥ ਕੈਰੋਲੀਨਾ, ਉਹ ਕਹਿੰਦੇ ਇੱਥੇ ਜਿਹੜੇ ਬਹੁਤ ਜ਼ਿਆਦਾ ਕੇਸਿਸ ਆ ਰਹੇ ਨੇ। ਉਹ ਕਹਿੰਦੇ ਜਿੰਨੇ ਵੀ ਲੋਕ ਅਲਾਬਾਮਾ, ਐਰੀਜ਼ੋਨਾ, ਅਰਕਾਨਸਸ, ਜਿੱਥੋਂ ਵੀ ਤੁਸੀਂ ਆ ਰਹੇ ਹੋ, ਜਾਂ ਤਾਂ ਸਾਡੇ ਆਓ ਨਾ, ਜੇ ਆਉਣੇ ਹੋ ਤਾਂ 14 ਦਿਨ ਬੰਦ ਰਹੋ। ਹੈਰਾਨਗੀ ਵਾਲੀ ਗੱਲ ਹੈ ਵੀ ਇੱਕ ਕੰਟਰੀ ਦੇ ਵਿੱਚ ਹੀ ਉਹ ਕਹਿ ਰਹੇ ਆ ਇੱਕ ਦੂਜੇ ਨੂੰ ਵੀ ਤੁਸੀਂ ਨਾ ਆਓ। ਸੁੱਖੀ, ਪਰ ਪ੍ਰੋਬਲਮ ਵੀ ਬਹੁਤ ਜ਼ਿਆਦਾ ਹੈ। ਉੱਥੇ ਜਿਹੜੇ ਲੋਕਾਂ ਨੇ ਨਿਊਯਾਰਕ ਨਿਊ ਜਰਸੀ ਦੇ ਹਾਲਾਤ ਦੇਖੇ ਨੇ ਨਾ, ਉਹ ਹਾਲਾਤ ਹੌਲੀ ਹੌਲੀ ਕੈਲੀਫੋਰਨੀਆ ਦੇ ਵਿੱਚ ਤੇ ਟੈਕਸਸ ਦੇ ਵਿੱਚ ਟ੍ਰਾਂਸਫਰ ਹੋ ਰਹੇ ਨੇ। ਔਰ ਉਹ ਲੋਕ ਇਸ ਗੱਲ ਨੂੰ ਫੇਰ ਨਹੀਂ ਸਮਝ ਰਹੇ ਹੈਗੇ। ਫਿਰ ਆਰਾਮ ਨਾਲ ਉੱਥੇ ਲੋਕ ਬੀਚਾਂ ਤੇ ਘੁੰਮਦੇ ਨੇ ਜਿਹੜੇ ਆਰਾਮ ਨਾਲ ਤੁਰੇ ਫਿਰਦੇ ਨੇ। ਅੱਛਾ, ਜੇ ਮੈਂ ਇੰਡੀਆ ਦੀ ਲਾਸਟ ਜਾਣ ਤੋਂ ਪਹਿਲਾਂ ਜ਼ਰੂਰ ਗੱਲ ਦੱਸਣਾ ਚਾਹੂੰਗੀ, ਇੰਡੀਆ ਦੇ ਵਿੱਚ ਕੱਲ 16,870 ਕੇਸ ਆਏ ਨੇ। ਇੰਡੀਆ ਜਿਸ ਹਿਸਾਬ ਨਾਲ ਕਹਿ ਰਹੇ ਨੇ, ਜਿਵੇਂ ਕਹਿ ਰਹੇ ਨੇ ਨਾ, ਬ੍ਰਾਜ਼ੀਲ ਦੇ ਵਿੱਚ ਜਿਹੜੀ ਵੀ ਅਮਾਊਂਟ ਦੱਸੀ ਜਾ ਰਹੀ ਹੈ ਉਹ ਠੀਕ ਨਹੀਂ ਹੈਗੀ। ਬਹੁਤ ਜ਼ਿਆਦਾ ਲੋਕ ਇਦੋਂ ਜ਼ਿਆਦਾ ਪੀੜਤ ਨੇ ਤੇ ਜ਼ਿਆਦਾ ਮਰ ਰਹੇ ਨੇ। ਇਹੀ ਹਾਲਾਤ ਇੰਡੀਆ ਦੇ ਵਿੱਚ ਵੀ ਦੱਸ ਰਹੇ ਨੇ। ਉਹ ਕਹਿੰਦੇ ਇੰਡੀਆ ਦੇ ਵਿੱਚ ਵੀ ਜੋ ਹਾਲਾਤ ਦੱਸ ਰਹੇ ਨੇ ਉਹ ਸਹੀ ਨਹੀਂ ਹੈਗੇ, ਇਹਦੇ ਨਾਲੋਂ ਪੀੜਤ ਕਿਤੇ ਜ਼ਿਆਦਾ ਹੋ ਸਕਦੇ ਨੇ। ਆਪਾਂ ਸੁਣਦੇ ਸੀ ਅਕਸਰ ਵੀ ਇੰਡੀਆ ਕਿੰਨੇ ਕੰਟਰੋਲ ਦੇ ਵਿੱਚ ਸੀ। ਕੁਝ ਮਹੀਨੇ ਪਹਿਲਾਂ ਜਦੋਂ ਲਾਕਡਾਊਨ ਸੀ, ਕਿੰਨਾ ਵਧੀਆ ਤਰੀਕੇ ਦੇ ਨਾਲ ਉੱਥੇ ਹੈਂਡਲ ਕੀਤਾ ਗਿਆ, ਤੇ ਹੁਣ ਜਦੋਂ ਇਹ ਆਪਾਂ ਨੰਬਰ ਸੁਣੀਦੇ ਇਟਸ ਵੈਰੀ ਅਲਾਰਮਿੰਗ। ਐਂਡ ਆਫ ਕੋਰਸ ਬ੍ਰਾਜ਼ੀਲ ਐਂਡ ਅਮਰੀਕਾ, ਬ੍ਰਾਜ਼ੀਲ, ਮੈਕਸੀਕੋ, ਅਮਰੀਕਾ ਐਂਡ ਸਾਊਥ ਅਮਰੀਕਾ, ਉਹਨਾਂ ਦੀਆਂ ਖਬਰਾਂ ਪੜ੍ਹ ਕੇ ਡਰ ਲੱਗ ਰਿਹਾ ਵੀ ਹੁਣ ਸਾਰੀ ਦੀ ਸਾਰੀ ਦੁਨੀਆ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਸਿਚੁਏਸ਼ਨ ਆ ਡੈਫੀਨਿਟਲੀ, ਜਿੱਥੇ ਅਸੀਂ ਹੁਣ ਅੱਜ ਖੁਸ਼ੀ ਮਨਾ ਰਹੇ ਹਾਂ ਕਿ BC ਦੇ ਵਿੱਚ ਸਾਡਾ ਰੀਸਟਾਰਟ ਪ੍ਰੋਗਰਾਮ ਹੋ ਗਿਆ, ਅਸੀਂ ਖੁੱਲ ਕੇ ਬਾਹਰ ਆ ਜਾ ਸਕਦੇ ਹਾਂ ਥੋੜਾ ਜਿਹਾ। ਇੱਥੇ ਲੱਗਦਾ ਨਹੀਂ ਵੀ ਕਿਤੇ ਛੇਤੀ ਕਿਤੇ ਇਹ ਇਹਨਾਂ ਤੇ ਟਾਈਮ ਆਉਣਗੇ। ਬਿਲਕੁਲ ਅਮਰ ਜੀ, ਤੁਸੀਂ ਜਾਣਦੇ ਆ ਪਿਛਲੇ ਦਿਨਾਂ ਦੇ ਵਿੱਚ ਜਾਰਜ ਫਲੋਇਡ ਨੂੰ ਲੈ ਕੇ ਕਾਫੀ ਜਿਹੜੀ ਪੁਲਿਸ ਹੈ ਅੱਜ ਕੱਲ੍ਹ ਚਰਚਾ ਦੇ ਵਿੱਚ ਆ। ਇਤਨੀ ਸਿਰਫ ਕਿ ਆਪਾਂ ਜਾਣਦੇ ਵੀ ਇੰਡੀਆ ਪੰਜਾਬ ਪੁਲਿਸ ਨੂੰ ਅੱਗੇ ਬਹੁਤ ਜ਼ਿਆਦਾ ਇਨਾਮ ਮਿਲੇ ਹੋਏ ਸੀ, ਤੇ ਬਾਕੀ ਹੁਣ ਆਪਣੇ ਪਤਾ USA ਦੇ ਵਿੱਚ ਤੇ ਹੁਣ ਕੈਨੇਡਾ ਦੀ ਵੀ ਪੁਲਿਸ ਅੱਜ ਕੱਲ੍ਹ ਚਰਚਾ ਦੇ ਵਿੱਚ ਆ। ਤੁਸੀਂ ਪਿਛਲੇ ਦਿਨੀ ਟੋਰਾਂਟੋ ਦੀ ਵੀ ਨਿਊਜ਼ ਦਿੱਤੀ ਸੀਗੀ, ਇਜਾਜ਼ ਚੌਧਰੀ ਜੀ ਜੀ। ਸੋ ਇੱਕ ਹੋਰ ਨਿਊਜ਼ ਜੋ ਸਾਹਮਣੇ ਆਈ ਆ, ਪਰ ਇਹ ਹੋਈ ਤਾਂ ਜਾ ਕੇ ਜਨਵਰੀ ਦੇ ਵਿੱਚ ਸੀ, ਪਰ ਸਰਵੇਲੈਂਸ ਕੈਮਰਾ ਦੀ ਜਿਹੜੀ ਫੁਟੇਜ ਆਈ ਆ ਬਹੁਤ ਜ਼ਿਆਦਾ ਡਿਸਟਰਬਿੰਗ ਆ। UBC ਓਕਨਾਗਨ ਦੇ ਵਿੱਚ, ਸੋ ਕਲੋਨਾ ਦੇ ਵਿੱਚ ਇੱਕ ਸਟੂਡੈਂਟ ਆ, ਤੇ ਉਹਦਾ ਨਾਮ ਹੈਗਾ ਮੋਨਾ ਵੈਂਗ। ਮੋਨਾ ਵੈਂਗ ਥੋੜੀ ਜਿਹੀ ਉਹਨੂੰ ਮੈਂਟਲ ਇਲਨੈਸ ਹੈਗੀ ਆ, ਪਰ ਇੰਨਾ ਜ਼ਿਆਦਾ ਨਹੀਂ। ਯੂਨੀਵਰਸਿਟੀ ਉਹ ਸਟੂਡੈਂਟ ਹੈਗੀ ਆ। ਸੋ ਉੱਥੇ ਇੱਕ ਵੈਲਨੈਸ ਚੈੱਕ ਹੋ ਰਿਹਾ ਸੀਗਾ, ਜਿੱਥੇ RCMP ਮੈਂਬਰ ਉੱਥੇ ਪਹੁੰਚੀ ਆ, ਤੇ ਉਹਦੇ ਵਿੱਚ ਸਾਫ਼-ਸਾਫ਼ ਦਿਸਦਾ ਆ ਕਿ ਜਿਹੜੀ ਕਾਂਸਟੇਬਲ ਲੇਸੀ ਬਰਾਊਨਿੰਗ ਆ, ਉਹ ਮੋਨਾ ਨੂੰ ਆਪਣੇ ਕਮਰੇ ਦੇ ਵਿੱਚੋਂ ਘੜੀਸ ਕੇ ਬਾਹਰ ਹਾਲਵੇ ਦੇ ਵਿੱਚ ਥੱਲੇ ਤੱਕ ਲੈ ਕੇ ਗਈ ਆ, ਜਿੱਥੋਂ ਉਹਨੂੰ ਬਾਅਦ ਦੇ ਵਿੱਚ ਹਸਪਤਾਲ ਲੈ ਕੇ ਗਏ ਆ। ਪੁਲਿਸ ਦਾ ਇਹ ਕਹਿਣਾ ਹੈ ਕਿ ਜਦੋਂ ਅਸੀਂ ਮੋਨਾ ਕੋਲ ਗਏ ਸੀਗੇ ਵੀ ਇਹ ਬੇਹੋਸ਼ ਪਈ ਸੀਗੀ, ਇਹਦੇ ਕੋਲ ਗੋਲੀਆਂ ਦੀ ਸ਼ੀਸ਼ੀ ਪਈ ਸੀਗੀ ਤੇ ਬਲੱਡ ਇਹਦੇ ਤੋਂ ਨਿਕਲਦਾ ਸੀਗਾ, ਸ਼ੀ ਵਾਸ ਇੰਜਰਡ। ਅਸੀਂ ਤਾਂ ਕਰਕੇ ਉਹਨੂੰ ਲੈ ਕੇ ਗਿਆ, ਪਰ ਮੈਨੂੰ ਲੱਗਦਾ ਕਿ ਵੀ ਉੱਥੇ ਪੁਲਿਸ ਪੁਲਿਸ ਦੀ ਨਹੀਂ ਪਰ 911 ਨੂੰ ਕਾਲ ਕੀਤਾ ਜਾਣਾ ਚਾਹੀਦਾ ਸੀਗਾ ਜੇ ਸ਼ੀ ਵਾਸ ਬਲੀਡਿੰਗ, ਜਾਂ ਲੱਗਦਾ ਸੀ ਵੀ ਉਹਨੇ ਕੋਈ ਓਵਰਡੋਸ ਕੀਤਾ ਆ। ਅਨਫੋਰਚੂਨੇਟਲੀ ਮੋਨਾ ਕਹਿੰਦੀ ਮੈਨੂੰ ਕੋਈ ਯਾਦ ਨਹੀਂ, ਪਰ ਕਹਿੰਦੀ ਮੈਨੂੰ ਸਿਰਫ ਇਹ ਪਤਾ ਫੁਟੇਜ ਦੇਖ ਕੇ ਕਿ ਵੀ ਮੇਰੀ ਬਹੁਤ ਜ਼ਿਆਦਾ ਇਹਦੇ ਵਿੱਚ ਬੇਇੱਜ਼ਤੀ ਹੋਈ ਆ, ਹਿਊਮਿਲਿਟੀ ਹੋਈ ਆ, ਕਰਕੇ ਕਹਿੰਦੀ ਉਹਦੇ ਵਿੱਚ ਜਿੱਥੇ ਮੈਂ ਰਹਿ ਰਹੀ ਸੀ ਵੀ ਉੱਥੇ ਮੈਨੂੰ ਲੋਕ ਜਾਣਦੇ ਆ। ਪਰ ਸਭ ਤੋਂ ਪਹਿਲਾਂ ਮੇਰੇ ਖਿਆਲ ਆਪਾਂ ਦਰਸ਼ਕਾਂ ਨੂੰ ਇਹ ਵੀਡੀਓ ਦਿਖਾਈਏ। ਬਿਲਕੁਲ ਜੀ, ਸਾਫ਼-ਸਾਫ਼ ਲੈਟਸ ਲੁੱਕ ਐਟ ਦ ਵੀਡੀਓ। ਯੈਸ।
ਯੈਸ। ਇਹਦੇ ਵਿੱਚ ਪੂਰੀ ਬੇਹੋਸ਼ ਦਿਸਦੀ ਆ ਮੋਨਾ। Very sad. ਕਹਿੰਦੀ ਵੀ ਮੇਰੇ ਅੱਧੇ ਕੱਪੜੇ ਪਾਏ ਹੋਏ ਸੀ, ਆਲੇ ਦੁਆਲੇ ਮੇਰੇ ਲੋਕ ਘੁੰਮਦੇ ਸੀਗੇ। ਬਿਲਕੁਲ। ਸੋ ਉਹਨਾਂ ਨੇ ਹੁਣ ਇਸ ਵੇਲੇ ਕਹਿੰਦੀ ਵੀ ਮੈਨੂੰ ਕੁਛ ਨਹੀਂ ਇਹ ਯਾਦ, ਮੈਨੂੰ ਸਿਰਫ ਇਹ ਯਾਦ ਆ ਕਿ ਜਿਹੜੀ ਇਹ ਪੁਲਿਸ ਆਫੀਸਰ ਸੀ ਮੇਰੇ ਸਿਰ ਦੇ ਉੱਤੇ ਠੁੱਡ ਮਾਰਦੀ ਸੀ। ਕਹਿੰਦੀ ਵੀ ਜੇ ਮੈਂ ਆਲਰੇਡੀ ਅਨਕੌਂਸ਼ੀਅਸ ਸੀਗੀ, ਮੈਂ ਫਲੋਰ ਦੇ ਉੱਤੇ ਸੀਗੇ, ਮੇਰੇ ਹੱਥ ਘੜੀਆਂ ਲਾਈਆਂ ਸੀ, ਵਾਈ ਡਿਡ ਸ਼ੀ ਨੀਡ ਟੂ ਕਿਕ ਮੀ ਇਨ ਦ ਹੈਡ। ਸੋ ਹੁਣ ਇਸ ਵੇਲੇ ਉਹਨਾਂ ਨੇ ਲਾਸੂਟ ਫਾਈਲ ਕੀਤਾ ਹੋਇਆ ਅਗੇਂਸਟ ਦ ਫੈਡਰਲ ਅਟਾਰਨੀ ਜਨਰਲ ਆਫਿਸਰ ਤੇ BC ਪਬਲਿਕ ਸੇਫਟੀ ਮਿਨਿਸਟਰ। ਸੋ ਹੁਣ ਬੇਸਿਕਲੀ ਜਿਹੜੇ ਉੱਥੇ ਦੇ ਹਸਪੀਟਲ ਨੂੰ ਇਹ ਦੱਸਿਆ ਗਿਆ ਸੀ ਵੀ ਇਹਨੇ ਕ੍ਰਿਸਟਲ ਮੈਥ ਖਾਧੀ ਆ RCMP ਨੇ, ਤੇ ਕਹਿੰਦੀ ਵੀ ਉਹਦੇ ਕਰਕੇ ਜਿਹੜੇ ਮੇਰੇ ਕੇਅਰ ਦੇ ਵਿੱਚ ਕਹਿੰਦੀ ਵੀ ਉਹ ਸਮਝਦੇ ਸੀ ਵੀ ਮੈਂ ਕੋਈ ਨਸ਼ਈ ਆ, ਵੀ ਮੈਂ ਕੋਈ ਡਰੱਗਸ ਕਰਦੀ ਆ। ਉਹਨਾਂ ਨੇ ਬਲੱਡ ਟੈਸਟ ਕੀਤਾ, ਟੌਕਸੋਲੋਜੀ ਰਿਪੋਰਟ ਦੇ ਵਿੱਚ ਉਹ ਬਿਲਕੁਲ ਨੈਗੇਟਿਵ ਆਈ। ਸੋ ਵਿਚ ਇਜ਼ ਅਨਦਰ ਰੀਜ਼ਨ। ਕਹਿੰਦੀ ਵੀ ਜੇ ਉਹਨਾਂ ਨੂੰ ਲੱਗਦਾ ਸੀ ਵੀ ਮੈਂ ਕੋਈ ਨਸ਼ੇ ਕਰਦੀ ਆ ਤੇ ਫਿਰ ਡੈਫੀਨਿਟਲੀ ਡੋਨਟ ਹੈਵ ਦ ਪੁਲਿਸ ਇਨਵੋਲਵਡ, ਹੈਵ ਸਮਨ ਐਲਸ, ਹੈਵ 911 ਕਮ ਇਨ ਦੇਅਰ। ਸੋ ਹੁਣ ਜਿਹੜਾ ਕੈਨੇਡੀਅਨ ਮੈਂਟਲ ਹੈਲਥ ਆ ਉਹ ਕਹਿੰਦੇ ਵੀ ਇੱਥੇ ਟ੍ਰੇਨਿੰਗ ਹੋਰ ਚਾਹੀਦੀ ਪੁਲਿਸ ਆਫੀਸਰਸ ਨੂੰ ਵੀ ਇਟਸ ਬੈਟਰ ਕਿ ਤੁਸੀਂ ਨਾ ਉੱਥੇ ਪਹੁੰਚੋ, ਜਦ ਤੁਸੀਂ ਪਹੁੰਚਦੇ ਆ ਹਾਊ ਟੂ ਹੈਂਡਲ ਇਟ। ਸੋ ਇਟਸ ਰੀਲੀ ਸੈਡ। ਪਰ ਜਿਵੇਂ ਸੁਖੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਿਆ ਹੈਗਾ, ਜਿਸ ਹਿਸਾਬ ਨਾਲ ਉਹ ਦੋਨੋਂ ਹੱਥ ਫੜ ਕੇ ਇਹ ਸਟ੍ਰੈਚਰ ਵੀ ਲਿਆਂਦਾ ਜਾ ਸਕਦਾ ਸੀ। ਜੀ ਬਿਲਕੁਲ। ਇਹ ਦੋ ਪੁਲਿਸ ਆਫੀਸਰਸ ਜਿਹੜੇ ਉੱਥੇ, ਇੱਕ ਪੁਲਿਸ ਆਫੀਸਰ ਹੋਰ ਜਾਂਦੀ ਜਿਹੜੀ ਉਹ ਨਜ਼ਰ ਆਈ ਹੈ, ਇਹਦਾ ਮਤਲਬ ਇੱਕ ਤੋਂ ਜ਼ਿਆਦਾ ਪੁਲਿਸ ਫੋਰਸ ਉੱਥੇ ਸੀਗੀ, ਤਾਂ ਉਹ ਕਿਸੇ ਹੋਰ ਢੰਗ ਨਾਲ ਵੀ ਤਾਂ ਹੈਂਡਲ ਕੀਤਾ ਜਾ ਸਕਦਾ ਸੀ। ਇਹਦੇ ਕਾਫੀ ਬਰੂਜ਼ਸ ਹੋਈ ਆ, ਇਹਦੀ ਅੱਖ ਸਵੋਲਨ ਸੀ, ਸਕਾਰਿੰਗ ਹੋ ਗਈ ਆ। ਥੰਮਲੇ ਦੇ ਕੋਲੋਂ, ਵੱਡੇ ਉਹਦੇ ਪਿਲਰ ਦੇ ਕੋਲੋਂ, ਕਿਸ ਹਿਸਾਬ ਨਾਲ ਇਹ ਤਾਂ ਐਂ ਲੱਗਦਾ ਸੀ ਜਿਵੇਂ ਉਹਦਾ ਸਿਰ ਵੱਜਣਾ ਉਹਦੇ ਨਾਲ। ਯੈਸ ਡੈਫੀਨਿਟਲੀ। ਸੋ ਕਾਫੀ ਉਹਦੀਆਂ ਸੱਟਾਂ ਲੱਗੀਆਂ। ਇਟਸ ਰੀਲੀ ਸੈਡ ਐਂਡ ਦਿਸ ਇਜ਼ ਇਨ Kelowna in BC। ਸੋ ਜਨਵਰੀ 24 ਦੀ ਇਨਸੀਡੈਂਟ ਹੈ, ਸਰਵੇਲੈਂਸ ਕੈਮਰਾ ਫੁਟੇਜ ਹੋਣਾ ਆ। ਸੋ ਅਸੀਂ ਇਹ ਉਮੀਦ ਕਰਦੇ that Mona gets the justice that she needs। ਬਿਲਕੁਲ ਠੀਕ ਗੱਲ ਜੀ। ਇਨ ਦੀ ਐਂਡ ਇੱਕ ਆਈ ਥਿੰਕ ਥੋੜੀ ਜਿਹੀ ਜਿਹੜੀ ਖਬਰ ਆ ਆਪਾਂ ਸੈਕਰਾਮੈਂਟੋ ਕੈਲੀਫੋਰਨੀਆ ਵੱਲ ਜਾਂਦੇ ਆ। ਉੱਥੇ ਦੇ ਇੱਕ ਗੈਸ ਸਟੇਸ਼ਨ ਓਨਰ, ਜਿਨ੍ਹਾਂ ਦੇ 7 ਗੈਸ ਸਟੇਸ਼ਨ ਆ, 4 ਸੈਕਰਾਮੈਂਟੋ ਦੇ ਵਿੱਚ, 2 ਡੇਵਿਸ ਦੇ ਵਿੱਚ, 1 ਲੋਡੀ ਦੇ ਵਿੱਚ, ਉਹਨਾਂ ਨੂੰ ਫਾਈਨ ਕੀਤਾ ਗਿਆ ਹੈ US ਡਿਪਾਰਟਮੈਂਟ ਆਫ ਲੇਬਰ ਫਾਈਨਸ ਵੱਲੋਂ। ਜਿਹੜੇ ਉਹਨਾਂ ਨੇ 105 EMPLOYEES ਰੱਖੇ ਸੀ, ਉਹਨਾਂ ਨੂੰ ਟਾਈਮ ਨਾਲ ਉਹਨਾਂ ਨੇ ਪੈਸੇ ਨਹੀਂ ਦਿੱਤੇ, ਉਹਨਾਂ ਦੀ ਜਿਹੜੀ ਟ੍ਰੇਨਿੰਗ ਪੈਸੇ ਆ ਉਹ ਨਹੀਂ ਉਹਨਾਂ ਨੂੰ ਦਿੱਤੇ, ਤੇ ਉੱਤੋਂ ਦੀ ਉਹਨਾਂ ਨੂੰ ਓਵਰ ਟਾਈਮ ਨਹੀਂ ਦਿੱਤਾ। ਸੋ ਜਦੋਂ ਉਹਨਾਂ ਤੇ ਇਨਵੈਸਟੀਗੇਸ਼ਨ ਕੀਤੀ ਗਈ ਆ, ਇਹਨਾਂ ਦਾ ਜਿਹੜਾ ਓਨਰ ਦਾ ਨਾਮ ਹੈਗਾ ਆ ਦਰਸ਼ਨ ਮੁੰਡੀ, ਤੇ ਉਹਨਾਂ ਨੇ ਫਾਈਨ ਕੀਤਾ ਗਿਆ 340 ਲੱਖ ਇਹਨਾਂ ਨੂੰ ਆਪਣੇ EMPLOYEES ਨੂੰ ਦੇਣਾ ਪਿਆ, ਤੇ ਉੱਤੋਂ ਦੀ 45,000 ਪੈਨਲਟੀਜ਼ ਫੇਅਰ ਲੇਬਰ ਸਟੈਂਡਰਡਸ ਐਕਟ ਨੂੰ ਇਹਨਾਂ ਨੇ ਦਿੱਤੇ ਆ। ਸੋ ਤੁਸੀਂ ਜਾਣਦੇ ਆ ਕਿ ਜਿਹੜੇ ਮਿਨੀਮਮ ਵੇਜ ਆ ਉਹ ਹੁੰਦੇ ਆ, ਓਵਰ ਟਾਈਮ ਜਿਹੜਾ ਉਹ ਪੇ ਕਰਨਾ ਪੈਂਦਾ ਤੁਹਾਨੂੰ EMPLOYEES ਨੂੰ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਓਵਰ ਟਾਈਮ ਤਾਂ ਕੀ ਦੇਣਾ ਸੀਗਾ, ਇਹਨਾਂ ਨੇ ਜਿਹੜੇ ਇਹਨਾਂ ਦੇ ਪੇਰੋਲ ਜਿਹੜੇ ਰੈਕਰਡ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਆਲਟਰ ਕਰਕੇ ਇਹਨਾਂ ਨੇ ਜਿਹੜੇ ਘੰਟੇ ਕੰਮ ਕੀਤੇ ਆ ਉਹ ਵੀ ਰਿਡਿਊਸ ਕਰ ਦਿੱਤੇ ਆ, ਤੇ ਜਿਹੜੇ ਕੈਸ਼ ਰਜਿਸਟਰ ਦੇ ਵਿੱਚ ਪੈਸੇ ਘੱਟ ਸੀਗੇ ਉਹ ਇਹਨਾਂ ਤੋਂ ਪਰਸਨਲੀ ਇਹਨਾਂ ਨੇ ਉਹਨਾਂ ਦੀ ਜੇਬਾਂ ਦੇ ਵਿੱਚੋਂ ਕੱਢੇ। ਕਹਿੰਦੇ ਵੀ ਤੁਸੀਂ ਮੈਨੂੰ ਪੈਸੇ ਦਿਓ ਕਰਕੇ ਇਹ ਕੈਸ਼ ਰਜਿਸਟਰ ਦੇ ਵਿੱਚੋਂ ਕੱਢੇ ਗਏ ਆ। ਓ ਮਾਈ ਗॉड। ਸੋ ਹੁਣ ਉਹਨਾਂ ਨੇ ਇੱਕ
ਕੰਪਲਾਈਂਸ ਜਿਹੜੀ ਐਗਰੀਮੈਂਟ ਆ ਉਹ ਉਹਨਾਂ ਨੇ ਸਾਈਨ ਕੀਤੀ ਆ। ਉਹਨਾਂ ਨੂੰ ਇੱਕ ਟਾਈਮ ਕਲੌਕ ਰੱਖਣਾ ਪੈਣਾ ਹਰੇਕ ਲੋਕੇਸ਼ਨ ਦੇ ਵਿੱਚ ਹਰੇਕ EMPLOYEE ਦੇ ਨਾਲ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਕਿਹੜਾ ਕਦੋਂ ਕਲੌਕ ਇਨ ਕਰਦਾ, ਉਹਨਾਂ ਨੂੰ ਓਵਰ ਟਾਈਮ ਦਿੱਤਾ ਜਾਂਦਾ ਔਰ ਮਨੀ ਔਨ ਟਾਈਮ। ਸੋ ਇਹ ਆ ਜੀ ਸਾਡੇ ਕੈਲੀਫੋਰਨੀਆ ਦੀ ਨਿਊਜ਼। ਸੋ ਅੱਗੇ ਜਾ ਕੇ ਦੱਸੋ ਵੀ ਜਿਹੜੇ ਅਗਲੇ ਸੈਗਮੈਂਟ ਦੇ ਵਿੱਚ ਕੌਣ ਗੈਸਟ ਆ ਰਿਹਾ? ਅਗਲੇ ਸੈਗਮੈਂਟ ਦੇ ਵਿੱਚ ਸਾਡੇ ਕੋਲੇ ਇੱਕ ਲਾਇਰ ਨੇ ਜੀ, ਚੰਦਨ ਸਬਰਵਾਲ, ਔਰ ਉਹ ਗੱਲ ਬਹੁਤ ਇੰਪੋਰਟੈਂਟ ਕਰਨ ਜਾ ਰਹੇ ਨੇ ਕਿ ਬੱਚਿਆਂ ਨੂੰ ਕਿ ਇੱਕ ਪੇਰੈਂਟ, ਦੋ ਪੇਰੈਂਟਸ ਨਾਲ ਰਲ ਕੇ ਇੱਕ ਬੱਚਾ ਜਿਹੜਾ ਹੁੰਦਾ ਕਿ ਉਹ ਇੱਕ ਪੇਰੈਂਟ ਜਿਹੜਾ ਆਪਣੇ ਬੱਚੇ ਨੂੰ ਇੱਧਰ ਉੱਧਰ ਲੈ ਕੇ ਜਾ ਸਕਦਾ, ਕਿ ਇਹ ਲੀਗਲ ਹੈ? ਜੇ ਪੇਰੈਂਟਸ ਸੈਪਰੇਟ ਨੇ ਕਿ ਉਸ ਤੋਂ ਬਾਅਦ ਬੱਚਾ ਜਿਹੜਾ ਇੱਕ ਪੇਰੈਂਟ ਲੈ ਕੇ ਜਾ ਸਕਦਾ? ਸੋ ਬੜੀ ਇੰਟਰਸਟਿੰਗ ਜੀ ਗੱਲਬਾਤ ਹੈ ਔਰ ਬਹੁਤ ਇਨਫੋਰਮੇਟਿਵ ਜਿਹੜਾ ਹੈ ਇਹ ਸੈਗਮੈਂਟ ਹੋਣ ਜਾ ਰਿਹਾ। ਗ੍ਰੇਟ, ਥੈਂਕ ਯੂ, ਵੀ ਲੁੱਕ ਫੋਰਵਰਡ ਟੂ ਇਟ। ਥੈਂਕ ਯੂ ਅੰਮ੍ਰਿਤ। ਸੋ ਇਦਾਂ ਤੁਸੀਂ ਸਾਡੇ ਨਾਲ ਜੁੜੇ ਰਹੋ। ਅੰਮ੍ਰਿਤ ਆਉਂਦੇ ਆ ਸੈਕੰਡ ਜਿਹੜਾ ਸੈਗਮੈਂਟ ਲੈ ਕੇ ਆ, ਤੇ ਆਪਾਂ ਤੁਹਾਨੂੰ ਮਿਲਦੇ ਆ, ਮੈਂ ਤੁਹਾਨੂੰ ਮਿਲਦੀ ਹਾਂ ਮੰਡੇ ਨੂੰ। ਕੱਲ ਨੂੰ ਅੰਮ੍ਰਿਤ ਵਿਲ ਹੈਂਡਲ ਦ ਸ਼ੋ। ਸੋ ਕੱਲ ਨੂੰ ਥਾਈ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪਰ ਇਦਾਂ ਸਾਡੇ ਨਾਲ ਜੁੜੇ ਰਹੋ। ਅਸੀਂ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਵਾਪਸ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।